ਹੈਲੋ ਫਰੈਂड्स ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਦੇਖੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ ਯੂਨਿਟ ਨੰਬਰ 116। ਆਪਾਂ ਇਸ ਦੇ ਵਿੱਚ ਦੇਖਾਂਗੇ ਕਿ ਐਜ਼ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਦੋਂ ਕਰਦੇ ਹਾਂ ਤੇ ਕਿਸ ਸੈਂਸ ਦੇ ਲਈ ਕਰਦੇ ਹਾਂ। ਬਿਲਕੁਲ ਹੀ ਈਜ਼ੀ ਹੈ, ਧਿਆਨ ਨਾਲ ਸੁਣਨਾ। ਦੇਖੋ ਰੂਲ ਨੰਬਰ ਫਸਟ, ਯੂ ਕੈਨ ਯੂਜ਼ ਐਜ਼, ਤੁਸੀਂ ਐਜ਼ ਦਾ ਯੂਜ਼ ਕਰ ਸਕਦੇ ਹੋ ਇੱਕ ਸੈਂਟੈਂਸ ਦੇ ਵਿੱਚ ਵੈਨ ਟੂ ਥਿੰਗਸ ਹੈਪਨ ਐਟ ਦਾ ਸੇਮ ਟਾਈਮ। ਐਟ ਦਾ ਸੇਮ ਟਾਈਮ ਇੱਕ ਹੀ ਸਮੇਂ, ਜਦੋਂ ਇੱਕ ਹੀ ਸਮੇਂ ਦੋ ਘਟਨਾਵਾਂ ਘਟਦੀਆਂ ਨੇ ਇੱਕ ਸਾਥ, ਬਿਲਕੁਲ ਸੇਮ ਐਟ ਦਾ ਟਾਈਮ ਮਤਲਬ ਸੇਮ ਟਾਈਮ। ਦੇਖੋ ਜਿਸ ਤਰ੍ਹਾਂ ਐਜ਼ ਆਈ ਵਾਕਡ ਅਲੋਂਗ ਦਾ ਸਟਰੀਟ, ਜਿਉਂ ਹੀ ਮੈਂ ਗਲੀ ਦੇ ਨਾਲ ਤੁਰਿਆ, ਆਈ ਲੁਕਡ ਇਨ ਦਾ ਸ਼ਾਪ ਵਿੰਡੋਜ਼, ਤਾਂ ਮੈਂ ਦੁਕਾਨ ਦੀਆਂ ਖਿੜਕੀਆਂ ਦੀ ਤਰਫ ਦੇਖਿਆ। ਮਤਲਬ ਦੇਖੋ ਜਿਉਂ ਹੀ ਮੈਂ ਤੁਰਿਆ, ਇੱਕ ਤਾਂ ਤੁਰਨ ਦਾ ਕੰਮ ਕੀਤਾ ਔਰ ਨਾਲ ਦੀ ਨਾਲ ਜਿਹੜੀਆਂ ਖਿੜਕੀਆਂ ਨੇ ਦੁਕਾਨ ਦੀਆਂ ਉਹਨਾਂ ਦੀ ਤਰਫ ਦੇਖਿਆ, ਦੋ ਕੰਮ ਇੱਕ ਸਾਥ ਹੋ ਗਏ, ਤਾਂ ਇੱਥੇ ਐਜ਼ ਦਾ ਯੂਜ਼ ਹੋਇਆ। ਇਸੇ ਤਰ੍ਹਾਂ ਦੇਖੋ ਅਗਲੀ ਐਗਜ਼ਾਮਪਲ, ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕੈਨ ਯੂ ਟਰਨ ਆਫ ਦਾ ਲਾਈਟ, ਕੀ ਤੁਸੀਂ ਲਾਈਟ ਆ ਜਿਹੜੀ ਉਹ ਆਫ ਕਰ ਸਕਦੇ ਹੋ, ਬੰਦ ਕਰ ਸਕਦੇ ਹੋ। ਐਜ਼ ਯੂ ਗੋ ਆਊਟ ਪਲੀਜ਼, ਜੋ ਤੁਸੀਂ ਬਾਹਰ ਜਾਓਗੇ। ਦੇਖੋ ਹੁਣ ਆਪਾਂ ਕਿਸੇ ਨੂੰ ਕੋਈ ਕੰਮ ਕਰਨ ਲਈ ਕਹਿੰਦੇ ਆ ਕਿ ਜਦੋਂ ਤੁਸੀਂ ਬਾਹਰ ਜਾਵੋਗੇ ਕਿ ਤੁਸੀਂ ਲਾਈਟ ਬੰਦ ਕਰ ਦੋਗੇ, ਮਤਲਬ ਕਿ ਜਦੋਂ ਉਹ ਬਾਹਰ ਜਾਊਗਾ ਉੱਠ ਕੇ, ਇੱਕ ਤਾਂ ਉਹਦਾ ਬਾਹਰ ਜਾਣ ਦਾ ਕੰਮ ਹੋ ਗਿਆ, ਦੂਸਰਾ ਉਹ ਆਪਣਾ ਕੰਮ ਕਰੂਗਾ, ਲਾਈਟ ਆਫ ਕਰੂਗਾ, ਦੋ ਕੰਮ ਇੱਕ ਸਾਥ ਹੋਣਗੇ, ਤਾਂ ਕਰਕੇ ਇੱਥੇ ਆਪਾਂ ਐਜ਼ ਦਾ ਯੂਜ਼ ਕੀਤਾ। ਇੱਕ ਚੀਜ਼ ਹੋਰ ਅੱਗੇ ਪੜੋ, ਔਰ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਸਮਝਾ ਸਕਦੇ ਹਾਂ, ਯੂ ਕੈਨ ਸੇ ਦੈਟ ਸਮਥਿੰਗ ਹੈਪਨਡ ਐਜ਼ ਯੂ ਵਰ ਡੂਇੰਗ ਸਮਥਿੰਗ ਐਲਸ। ਜਦੋਂ ਤੁਸੀਂ ਕੋਈ ਇੱਕ ਕੰਮ ਕਰ ਰਹੇ ਹੋ, ਤੁਹਾਡੇ ਉਹ ਕੰਮ ਕਰਦੇ ਕਰਦੇ ਕੋਈ ਹੋਰ ਘਟਨਾ ਜਿਹੜੀ ਉਹ ਘਟਤ ਹੁੰਦੀ ਹੈ, ਮਤਲਬ ਕਿ ਕੋਈ ਹੋਰ ਘਟਨਾ ਘਟਦੀ ਹੈ ਮਿਡਲ ਆਫ ਦਾ ਐਕਸ਼ਨ। ਜਿਸ ਤਰ੍ਹਾਂ ਦੇਖੋ ਇਨ ਦਾ ਮਿਡਲ ਆਫ ਦਾ ਐਕਸ਼ਨ, ਮਤਲਬ ਇੱਕ ਕੰਮ ਹੋਈ ਜਾ ਰਿਹਾ ਹੈ, ਉਹ ਕੰਮ ਹੁੰਦੇ ਹੁੰਦੇ ਕੋਈ ਦੂਸਰੀ ਘਟਨਾ, ਦੂਸਰਾ ਐਕਸ਼ਨ ਕੋਈ ਹੁੰਦਾ ਹੈ, ਤਾਂ ਉੱਥੇ ਆਪਾਂ ਐਜ਼ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਦੇਖੋ ਕੇਟ ਸਲਿਪਡ, ਜਿਹੜੀ ਕੇਟ ਹੈ ਉਹ ਫਿਸਲ ਗਈ ਐਜ਼ ਸ਼ੀ ਵਾਜ਼ ਗੈਟਿੰਗ ਆਫ ਦਾ ਬੱਸ, ਜਿਉਂ ਹੀ ਉਹ ਬੱਸ ਦੇ ਵਿੱਚੋਂ ਉਤਰ ਰਹੀ ਸੀ। ਮਤਲਬ ਕਿ ਉਹ ਫਿਸਲੀ ਕਦੋਂ, ਜਦੋਂ ਉਹ ਬੱਸ ਦੇ ਵਿੱਚੋਂ ਉਤਰ ਰਹੀ ਸੀ। ਇੱਕ ਤਾਂ ਕੰਮ ਬੱਸ ਚੋਂ ਉਤਰਨ ਦਾ ਹੋ ਰਿਹਾ ਸੀ ਔਰ ਦੂਸਰਾ ਉਤਰਦੇ ਉਤਰਦੇ ਉਸ ਦਾ ਪੈਰ ਫਿਸਲ ਗਿਆ, ਦੋ ਘਟਨਾਵਾਂ ਹੋਈਆਂ, ਤਾਂ ਕਰਕੇ ਇੱਥੇ ਆਪਾਂ ਐਜ਼ ਦਾ ਯੂਜ਼ ਕੀਤਾ। ਇਸੇ ਤਰ੍ਹਾਂ ਦੇਖੋ ਵੀ ਮੈਟ ਪੌਲ, ਅਸੀਂ ਪੌਲ ਨੂੰ ਮਿਲੇ ਐਜ਼ ਵੀ ਵਰ ਲੀਵਿੰਗ ਦਾ ਹੋਟਲ, ਜਿਉਂ ਹੀ ਅਸੀਂ ਹੋਟਲ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ, ਸਾਹਮਣੇ ਸਾਨੂੰ ਪੌਲ ਮਿਲ ਗਿਆ ਤੇ ਮਤਲਬ ਉਸ ਨੂੰ ਅਸੀਂ ਮਿਲੇ। ਮਤਲਬ ਦੋ ਐਕਸ਼ਨ ਹੋ ਗਏ, ਅਸੀਂ ਪੌਲ ਨੂੰ ਮਿਲੇ, ਕਦੋਂ ਮਿਲੇ, ਜਦੋਂ ਅਸੀਂ ਹੋਟਲ ਦੇ ਵਿੱਚੋਂ ਬਾਹਰ ਜਾ ਰਹੇ ਸੀ, ਮਤਲਬ ਇੱਥੇ ਵੀ ਐਕਸ਼ਨ ਹੋ ਰਿਹਾ ਸੀ, ਉਹ ਕੰਮ ਹੁੰਦੇ ਹੁੰਦੇ ਦੂਸਰਾ ਕੰਮ ਹੋਇਆ। ਠੀਕ ਹੈ, ਆਈ ਹੋਪ ਕਿ ਤੁਹਾਡੇ ਸਮਝ ਆ ਗਿਆ ਹੋਵੇਗਾ, ਬਿਲਕੁਲ ਹੀ ਈਜ਼ੀ ਹੈ। ਅੱਗੇ ਨੋਟ ਦੇਖੋ ਕੀ ਚੀਜ਼ ਲਿਖੀ ਹੋਈ ਹੈ, ਯੂ ਕੈਨ ਆਲਸੋ ਯੂਜ਼ ਜਸਟ ਐਜ਼, ਜਸਟ ਐਜ਼ ਦਾ ਯੂਜ਼ ਵੀ ਕਰ ਸਕਦੇ ਹੋ। ਜਸਟ ਐਜ਼ ਦਾ ਯੂਜ਼ ਵੀ ਸੇਮ ਉਸੇ ਤਰ੍ਹਾਂ ਹੀ ਹੁੰਦਾ ਵੀ ਇੱਕ ਗੱਲ ਜਿਹੜੀ ਇੱਕ ਘਟਨਾ ਹੁੰਦੇ ਹੁੰਦੇ ਦੂਸਰੀ ਹੁੰਦੀ ਹੈ, ਮਤਲਬ ਇੱਕ ਐਕਸ਼ਨ ਚੱਲਦੇ ਚੱਲਦੇ ਕੋਈ ਦੂਸਰਾ ਐਕਸ਼ਨ ਹੈ ਜਿਹੜਾ ਪਰਫਾਰਮ ਹੁੰਦਾ ਹੈ। ਬਟ ਫਰਕ ਕੀ ਹੈ, ਦੇਖੋ ਇਹਨਾਂ ਨੇ ਕੀ ਦਿੱਤਾ, ਐਗਜ਼ੈਕਟਲੀ ਐਟ ਦਾ ਮੂਮੈਂਟ, ਸੇਮ ਮੂਮੈਂਟ ਤੇ ਜਦੋਂ, ਐਗਜ਼ੈਕਟਲੀ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ ਨਾਲ ਸਮਝੋ, ਸਿਰਫ ਕੀ ਕਹਿ ਰਹੇ ਨੇ, ਕਹਿੰਦਾ ਜਸਟ ਐਜ਼ ਆਈ ਸੈਟ ਡਾਊਨ, ਕਹਿੰਦਾ ਜਿਉਂ ਹੀ ਮੈਂ ਬੈਠਿਆ ਦਾ ਡੋਰ ਬੈਲ ਰੈਂਗ, ਡੋਰ ਬੈਲ ਹੈ ਜਿਹੜੀ ਉਹ ਵੱਜ ਗਈ। ਮਤਲਬ ਕਿ ਹਜੇ ਇਹ ਬੈਠਿਆ ਨਹੀਂ ਸੀ, ਸਿਰਫ ਬੈਠ ਹੀ ਰਿਹਾ ਸੀ, ਮਤਲਬ ਕਿ ਇਸ ਨੂੰ ਬੈਠੇ ਨੂੰ ਸਕਿੰਟ ਵੀ ਨਹੀਂ ਹੋਇਆ ਸੀ, ਇੱਕ ਸੈਕਿੰਡ ਵੀ ਨਹੀਂ ਹੋਇਆ ਸੀ, ਜਿਉਂ ਹੀ ਇਹ ਬੈਠਿਆ ਨਾਲ ਦੀ ਨਾਲ ਡੋਰ ਬੈਲ ਵੱਜ ਗਈ। ਮਤਲਬ ਕਿ ਇੱਕ ਐਕਸ਼ਨ ਹੈ ਜਿਹੜਾ ਉਹ ਪਰਫਾਰਮ ਹੋ ਰਿਹਾ ਸੀ, ਹੁੰਦੇ ਹੁੰਦੇ ਦੂਸਰਾ ਐਕਸ਼ਨ ਹੋ ਗਿਆ। ਜਸਟ ਐਜ਼, ਜਸਟ ਐਜ਼ ਮਤਲਬ ਕਿ ਜਸਟ ਐਜ਼ ਦਾ ਯੂਜ਼ ਤਾਂ ਕੀਤਾ ਕਿਉਂਕਿ ਜਸਟ ਐਜ਼ ਆਈ ਸੈਟ ਡਾਊਨ, ਹਜੇ ਪੂਰੀ ਤਰ੍ਹਾਂ ਬੈਠਿਆ ਨਹੀਂ ਸੀ, ਜਿਉਂ ਹੀ ਮਤਲਬ ਬੈਠਿਆ ਨਾਲ ਦੀ ਨਾਲ ਬੈਲ ਵੱਜ ਗਈ। ਮਤਲਬ ਇਹਨੂੰ ਬੈਠਣ ਦਾ, ਆਰਾਮ ਨਾਲ ਬੈਠਣ ਦਾ, ਸੈੱਟ ਹੋ ਕੇ ਬੈਠਣ ਦਾ ਮੌਕਾ ਨਹੀਂ ਮਿਲਿਆ, ਤਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਜਸਟ ਐਜ਼ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਅੱਗੇ ਵੀ ਆਲਸੋ ਯੂਜ਼ ਐਜ਼ ਵੈਨ ਟੂ ਥਿੰਗਸ ਹੈਪਨ ਟੂਗੈਦਰ, ਅਸੀਂ ਐਜ਼ ਦਾ ਯੂਜ਼ ਕਰਦੇ ਹਾਂ ਜਦੋਂ ਦੋ ਚੀਜ਼ਾਂ, ਇਹ ਤਾਂ ਆਪਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੀ ਹੈ, ਜਦੋਂ ਦੋ ਥਿੰਗਸ ਹੈਪਨ ਟੂਗੈਦਰ ਇੱਕ ਸਾਥ ਹੈਪਨ ਹੁੰਦੀਆਂ ਨੇ, ਇੱਕ ਸਾਥ ਘਟਿਤ ਹੁੰਦੀਆਂ ਨੇ ਦੋ ਚੀਜ਼ਾਂ, ਇਨ ਅ ਲੌਂਗਰ ਪੀਰੀਅਡ ਆਫ ਟਾਈਮ। ਹੁਣ ਇਹ ਲੌਂਗਰ ਪੀਰੀਅਡ ਦੇ ਵਿੱਚ ਵੀ, ਇੱਕ ਤਾਂ ਦੇਖੋ ਆਪਾਂ ਪ੍ਰੈਜੈਂਟ ਪੀਰੀਅਡ ਦੇ ਵਿੱਚ ਪੜ੍ਹਿਆ, ਆਪਾਂ ਪ੍ਰੈਜੈਂਟ ਦੇ ਵਿੱਚ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਜਦੋਂ ਮੈਂ ਜਾ ਰਿਹਾ ਸੀ, ਹੈ ਨਾ, ਜਦੋਂ ਮੈਂ ਜਾ ਰਿਹਾ ਸੀ ਮੈਂ ਖਿੜਕੀਆਂ ਵੱਲ ਦੇਖ ਰਿਹਾ ਸੀ, ਮਤਲਬ ਦੋ ਚੀਜ਼ਾਂ ਇੱਕ ਸਾਥ ਹੋਈਆਂ। ਜਾਂ ਫਿਰ ਆਪਾਂ ਕਿਹਾ ਕਿ ਜਦੋਂ ਉਹ ਕੇਟ ਆ ਜਿਹੜੀ ਸਲਿੱਪ ਹੋ ਗਈ ਜਦੋਂ ਬੱਸ ਚੋਂ ਉਤਰ ਰਹੀ ਸੀ, ਮਤਲਬ ਔਨ ਦਾ ਸਪੋਟ ਗੱਲ ਹੋ ਰਹੀ ਹੈ। ਬਟ ਕਈ ਵਾਰ ਕੀ ਹੁੰਦਾ, ਦੋ ਜਿਹੜੇ ਕੰਮ ਨੇ ਉਹ ਲੰਬੇ ਸਮੇਂ ਦੇ ਲਈ ਵੀ ਹੋ ਸਕਦੇ ਨੇ। ਲੰਬੇ ਸਮੇਂ ਦੇ ਲਈ ਕਿਸ ਤਰ੍ਹਾਂ, ਜਿਵੇਂ ਦੇਖੋ ਇੱਥੇ ਇੱਕ ਐਗਜ਼ਾਮਪਲ ਹੈ, ਐਜ਼ ਦਾ ਡੇ ਵੈਂਟ ਔਨ, ਜਿਉਂ ਹੀ ਦਿਨ ਬੀਤ, ਮਤਲਬ ਜਿਉਂ ਹੀ ਦਿਨ ਬੀਤਿਆ, ਜਾਂ ਫਿਰ ਕਹਿ ਸਕਦੇ ਜਿਉਂ ਹੀ ਦਿਨ ਬੀਤ ਰਿਹਾ ਸੀ, ਦਾ ਵੈਦਰ ਗॉट ਵਰਸ, ਜਿਹੜਾ ਮੌਸਮ ਹੈ, ਵੈਦਰ ਹੈ, ਉਹ ਬੁਰਾ ਹੁੰਦਾ ਜਾ ਰਿਹਾ ਸੀ।
मतलब कि इत्थे पूरे दिन की गल आ गई कि जो ही दिन बीतिया ਜਿਹੜਾ ਵੈਦਰ ਹੈ ਉਹ ਵੀ मतलब बुरा ਜਿਹੜਾ ਉਹ ਸਮੇਂ ਦੇ ਨਾਲ ਹੁੰਦਾ ਗਿਆ। ठीक है, तो दो घटनावां इत्थे भी एक साथ हो रही ने, बट ये लंबा थोड़ा जिहा लॉन्ग पीरियड आ गया, पूरे दिन का आ गया। इस तो भी लॉन्ग पीरियड हो सकता है, जिस तरह देखो आई बिगैन टू इंजॉय द जॉब मोर, मैं अपनी जिहड़ी जॉब है उसनूं होर इंजॉय करना शुरू किया। एज आई गॉट यूज्ड टू इट, जो ही मैं इसकी आदी हुई ਜਾਂ फिर आदी होया, कुछ भी हो सकता है। मतलब कि जॉब कर रहा सी बहुत टाइम तो, कहना मैं अपनी जॉब है जी इंजॉय करनी शुरू करती जो ही मैं इसका आदी होया, मतलब कि जॉब करन दा मैं आदी हो गया, रोज़ जाना आना, दोनों चीज़ां एक साथ घटित हो रही ने, है ना, क्योंकि रोज़ जा आ रहा सी ये तो उसका आदी भी हो गया, इंजॉय करन लग पिया सी उसनूं। ठीक है, आई होप कि ये चीज़ तुसीं समझ गए होवोगे। इन शॉर्ट सिर्फ शॉर्ट दे विच एक चीज़ याद रखियो, जदों दो काम एक साथ हो रहे ने तो एज का यूज है जिहड़ा उत्थे आपां सेंटेंस दे विच करांगे। हुण अगे देखो कंपेयर एज एंड वैन, एज ते वैन दे विच फर्क देखांगे हुण आपां की है, बिल्कुल सिंपल है। एज पहला देखो, एज का यूज आपां कदों करदे हां, वी यूज एज, असीं एज का यूज करदे हां ओनली इफ टू थिंग्स हैपन एट द सेम टाइम, जदों दो चीज़ां एट द सेम टाइम एक ही मौके घटित होंदियां ने, घटदियां ने, तो उदों आपां एज का यूज करते हैं, वो तो आपां नूं पता चल गया। हुण वैन का यूज कदों करते हैं, यूज वैन नॉट एज, वैन का यूज करांगे एज का नहीं। इफ वन थिंग हैपन आफ्टर अनदर, जदों एक कोई घटना घटदी है आफ्टर अनदर, दूसरी तो बाद, मतलब कि पहला एक क्रिया खत्म हुई, एक क्रिया खत्म होने तो बाद दूसरी क्रिया फिर चलती है, उदों आपां वैन का यूज करते हैं, बस बिल्कुल सिंपल। जिस तरह देखो एग्जाम्पल, एज आई ड्रॉप होम, ड्रॉप मतलब कि जो ही मैं ड्राइव करके गड्डी चला के अपने घरें जा रहा सी या घरें गया, आई लिसनड टू म्यूजिक, मतलब नाल नाल म्यूजिक भी सुन रहा सी। मान लो आप गड्डी चलाई जा रहे हैं घरें और आप गड्डी दे विच म्यूजिक भी प्ले किया होया है, तो दो काम हो रहे हैं, एक तो आप गड्डी चला रहे हैं और दूसरा म्यूजिक भी सुन रहे हैं, तां करके इत्थे आप एज का यूज है जिहड़ा वो होया। ठीक है, क्योंकि यह कर की रहा है, एज ऑल्सो मीनस बिकॉज, अच्छा ये चीज़ नहीं, बस ये चीज़ थोड़ा पता लग गई क्योंकि जा रहा है तो म्यूजिक भी सुन रहा है। ओके, बट वैन वाला देखो, वैन आई गॉट होम, जदों मैं घरें पहुंचिया, आई हैड समथिंग टू ईट, मैं खाण नूं कुछ लिया, मतलब कि एक क्रिया कंप्लीट हुई, पहला घर पहुंचिया, घर पहुंचण दा जिहड़ी क्रिया है खत्म हो गई घर पहुंचण दी, फिर उस तो बाद मैं खाण नूं कुछ लिया किचन तो, एक क्रिया तो बाद दूसरी क्रिया हुई, है ना, मतलब कि इत्थे नॉट एज आई गॉट होम, एज नहीं आएगा इत्थे, एज गलत है, वैन आएगा, क्योंकि क्रिया खत्म हुई घरे पहुंचण दी, उस तो बाद अगली चली, फिर उस तो बाद इसने खाण नूं कुछ लिया। आई होप के क्लीयर हो गया होगा, बिल्कुल ईजी है। अगला पॉइंट देखो, एज ऑल्सो मीनस बिकॉज, एज का जिहड़ा मतलब है किते ना किते उसकी सेंस है जिहड़ी बिकॉज, क्योंकि दी सेंस भी आउंदी है। किस तरह, जिस तरह देखो एग्जाम्पल, एज आई वॉज हंगरी, मतलब जो ही मैं भुखा सीगा, एज आई वॉज हंगरी आई डिसाइडेड टू फाइंड समवेयर टू ईट, मैं डिसाइड किया कि समवेयर टू फाइंड समवेयर टू ईट, कि किते कुछ खाण वाली चीज़ है जी उसमें लभ्या जाए। हुण इत्थे दो क्रियावां एक साथ किवें चल रही ने, देखो एज आई वॉज हंगरी, मान लो आप भुखे हाँ, हुण एक तो अपनी गल हो गई जिहड़ी चीज़ हो गई अपनी भुखे होण दी, आपां भुखे हाँ और उस तो बाद आपां चीज़ खाण लई कुछ लभ रहे हाँ, तो दो एक्शन ने एक साथ हो रहे हैं, किहड़े, एक तो आप खाण दे वास्ते कोई चीज़ लभ रहे हैं रसोई दे विच, और दूसरा आप भुखे भी हैगे हाँ, अपना जिहड़ा भुखे होण दा जिहड़ा फीलिंग है वो भी नाल हुंदे चल ही रही है ना। ये तो नहीं है कि जो आप खाण दे लई लभन लग गए अपनी भुख हट गई, नहीं, भुख भी नाल चल रही है तो आप खाण वास्ते कुछ लभ भी रहे हैं, तां करके आप इत्थे एज का यूज जिहड़ा यूज है वो आप कीता। हुण इसदा बिकॉज मतलब क्यों बनिया, देखो बिकॉज आई वॉज हंगरी, मतलब कि ये कह रहा कि मैं डिसाइड किया कुछ लभण दे लई खाण वास्ते, क्यों डिसाइड किया, बिकॉज आई वॉज हंगरी, क्योंकि मैं भुखा सीगा, तां करके एज का जिहड़ा इत्थे मीनिंग है बिकॉज वाला भी निकल रहा है, बिकॉज आई वॉज हंगरी, मैं कुछ लभ रहा सी, क्यों लभ रहा सी, बिकॉज आई वॉज हंगरी, क्योंकि मैं भुखा सीगा। ठीक है, ये चीज़ याद रखनी है। अगे देखो, कंपेयर एज अते वैन, एज अते वैन का सेम वही कंपेयर आप उपर भी पहले करके हटिया, फिर भी एक एग्जाम्पल देखो, आई कुडंट कॉन्टैक्ट डेविड, मैं डेविड नूं कॉन्टैक्ट नहीं कर सकिया, एज ही वॉज ऑन हॉलीडे, क्योंकि वह हॉलीडे छुट्टियां ते सीगा। हुण इत्थे एज लग्या,
ਹੁਣ दो क्रियावां एक साथ किवें परफॉर्म हुई? क्योंकि आई कुडंट कॉन्टैक्ट डेविड, क्योंकि मैं डेविड नूं कॉन्टैक्ट नहीं कर सकिया, मतलब कि क्योंकि वो छुट्टी के उपर सीगा। हुण देखो जदों मतलब वो डेविड नूं कॉन्टैक्ट कर रहा सी तां डेविड इहदा मतलब छुट्टियां ते सी, तां दो जिहड़ियां चीज़ां ने एक साथ हुईयां ना, एक तो वो डेविड नूं कॉन्टैक्ट कर रहा सी और दूसरा डेविड आ जिहड़ा उस वक्त जिस वक्त वो डेविड नूं कॉन्टैक्ट करी जा रहा सीगा, डेविड छुट्टियां ते सीगा, तां दो चीज़ां एक साथ हुईयां, तां करके इत्थे एज का यूज होया। इत्थे जिहड़ा एज का मतलब बिकॉज, देखो बिकॉज भी निकल के आउंदा, बिकॉज ही वॉज ऑन हॉलीडे, है ना। क्यों? क्योंकि मैं डेविड नूं कॉन्टैक्ट नहीं कर पाया। क्यों नहीं कर पाया? बिकॉज ही वॉज ऑन हॉलीडे, या फिर एज ही वॉज ऑन हॉलीडे। इत्थे बिकॉज भी इसका मतलब निकलता है। इधर देखो, डेविड्स पासपोर्ट वॉज स्टोलन, डेविड का पासपोर्ट है जिहड़ा वो चोरी हो गया। वैन ही वॉज ऑन हॉलीडे, जदों वो हॉलीडे छुट्टियां ते सीगा, इत्थे वैन यूज किया। क्यों? ड्यूरिंग द टाइम ही वॉज अवे, मतलब उसका पासपोर्ट चोरी कदों होया? जदों वो छुट्टियां ते सीगा। वैन ही वॉज ऑन हॉलीडे, जदों वो छुट्टियां ते सी, ठीक है। उस तो बाद की होया? उसका पासपोर्ट है जिहड़ा वो चोरी हो गया। एक चीज़ तो बाद दूसरी चीज़ हुई, मतलब पहला छुट्टियां ते गया, जो छुट्टियां ते गया उसका पासपोर्ट है जिहड़ा वो चोरी हो गया। हुण जिहड़ा पासपोर्ट चोरी होना है, ये तो नहीं है कि पासपोर्ट लगातार चोरी हुंदा गया, फिर तो आपां कहंदे कि दो चीज़ां एक साथ परफॉर्म हो रही ने। इत्थे एक साथ परफॉर्म हो रही सी, वो उसनूं कॉन्टैक्ट करी जा रहा सी, बट वो छुट्टियां ते सीगा, लगातार चल रहा सी प्रोसैस, कॉन्टैक्ट करी जा रहा सी छुट्टियां ते, बट इत्थे पासपोर्ट तो चोरी हो गया, एकदम ही हो गया। ये तो नहीं है कि इसका पासपोर्ट है चोरी होई जा रहा सी, बार बार होई जा रहा सी, है ना, जो छुट्टियां ते सीगा, तां करके इत्थे वैन का यूज है जिहड़ा वो होया। सो आई होप कि तुसीं समझ गए होवोगे। बस दो चीज़ां सिंपल जी याद रखनियां ने, एज का यूज जो दो चीज़ां दो क्रियावां एक साथ हो रही ने, उस तो बाद तुसीं डिफरेंस याद रखना एज अते वैन दे विच। एज जो दो चीज़ां एक साथ घटित हो रही ने, और वैन का यूज जो एक क्रिया तो बाद वो खत्म हुई, उस तो बाद अगली क्रिया चलती है, उदों आपां वैन का यूज करते हैं। एंड अगे हुण अपनी इस यूनिट की एक्सरसाइज है जिहड़ी वो आपां करते हैं। देखो आपां सिर्फ एग्जाम्स दे लई करनियां ने, इसलिए सिर्फ आपां 4th एंड 5th करांगे अपनी इस यूनिट की। पहलियां 3 तुसीं छड्ड सकदे हो, बिल्कुल उन्हां दे विच्चों एग्जाम्स दे विच आउण दे चांस ने जिहड़े बहुत ही रेयर ने, सिर्फ ये करांगे। देखो बिल्कुल आसान है, दो चीज़ां याद रखनियां ने, एज का यूज कदों करना है? जो दो क्रियावां एक साथ, और वैन का यूज जो एक क्रिया तो बाद दूसरी। ये गल थोड़े याद होनी चाहिए है। हुण देखो आप स्टार्ट करते हैं 4th एक्सरसाइज दे विच आपां की करना है, इन सम ऑफ दीज सेंटेंसेस यू नीड वैन, मतलब कुछ क सेंटेंसेस इहो जे ने, इन्हां ने सेंटेंस कंप्लीट आपां नूं बना के दित्ते ने, बट कुछ क सेंटेंस इहो जे होणगे इन्हां दे विच्चों 7 दे विच्चों जिन्हां दे विच आपां नूं वैन की जरूरत होएगी, नॉट एज की जरूरत नहीं होएगी, उत्थे वैन लगेगा जिथे इन्हां ने एज लगा रखा होगा। करैक्ट द सेंटेंसेस वेयर नैसेसरी, तो आपने उसनूं करैक्ट करना है। जेकर ठीक है, जेकर सारा सेंटेंस आपको ठीक लगता है कि दो क्रियावां एक साथ चल रही ने, इन्होंने एज का यूज किया है, तो ओके लिख देंगे। जेकर आपको लगता है कि एक क्रिया तो बाद दूसरी क्रिया का चल रहा काम है जिहड़ा हो रहा है, तो उत्थे वैन आना सी, इन्होंने एज लगा रखा, तो आप उत्थे वैन का यूज करांगे। जिस तरह आप पहला पढ़ते हैं, देखो जूलिया गॉट मैरिड, जिहड़ा जूलिया का ब्याह हो गया एज शी वॉज 22। हुण जेकर तुसीं देखो जूलिया का ब्याह हो गया एज शी वॉज 22, जेकर देखो ये दोवें क्रियावां एक साथ चल सकदियां ने। आपां जो 22 साल दे हो गए उदों मतलब कोई चीज़ है जी हुई, मतलब जूलिया की गल करते हैं, चलो भी जदों जूलिया 22 साल की होगी उदों उसका ब्याह होया, मतलब कि पहलों 22 साल की हुई, पूरी 22 साल की होगी, फिर उसका ब्याह होया। एक क्रिया तो बाद उस तो बाद दूसरी क्रिया परफॉर्म हुई। ये नहीं है कि 22 साल की हुई जा रही है, इस तरह तो नहीं होंदा। आप 22 साल के एग्जैक्ट हो जाने एक डेट पर जाके, ये तो नहीं कि आप 22 साल के कॉन्टीन्यूज हो ही जाने, नहीं। इत्थे की है एक क्रिया कंप्लीट हुई 22 साल होने की, फिर उसका ब्याह होया, तां करके इत्थे एज नहीं आएगा, इत्थे आपां वैन कहांगे। इत्थे आपां कहांगे वैन शी वॉज 22। आई होप कि तुहानूं समझ आ गई होगी किस तरह। देखो अगला, एज द डे वेंट ऑन द वैदर गॉट वर्स, ये तो आप पहला भी कर चुके हैं भी ज्यों ही दिन अगे बीतता गया जिहड़ा वैदर है वह भी खराब होंदा गया।
मतलब कि ਸਮਾਂ ਵੀ ਦੇਖੋ ਦਿਨ ਵੀ ਅੱਗੇ ਜਾ ਰਿਹਾ ਸੀ ਤੇ ਵੈਦਰ ਵੀ ਖਰਾਬ ਹੁੰਦਾ ਜਾ ਰਿਹਾ ਸੀ। ਦੋਨੋਂ ਕਿਰਿਆਵਾਂ ਇੱਕ ਸਾਥ ਹੋ ਸਕਦੀਆਂ ਨੇ, ਇਸ ਲਈ ਇਹ ਬਿਲਕੁਲ ਓਕੇ ਹੈ, ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਹੈਗੀ। ਅਗਲਾ, ਹੀ ਡ੍ਰੌਪਡ ਦ ਗਲਾਸ, ਉਸਨੇ ਗਲਾਸ ਡ੍ਰੌਪ ਕਰਤਾ, ਛੱਡਤਾ, ਐਜ਼ ਹੀ ਵਾਜ਼ ਟੇਕਿੰਗ ਇਟ ਆਊਟ ਆਫ ਦ ਕੱਪ ਬੋਰਡ। ਹੁਣ ਦੇਖੋ ਇੱਥੇ ਦੋ ਕਿਰਿਆਵਾਂ ਇੱਕ ਸਾਥ ਹੋ ਰਹੀਆਂ ਨੇ। ਜਦੋਂ ਕਹਿੰਦੇ ਉਹ ਇਸ ਨੂੰ ਕੱਪ ਬੋਰਡ ਚੋਂ, ਮਤਲਬ ਕੱਪ ਆਊਟ ਆਫ ਦਾ ਕੱਪ ਬੋਰਡ ਤੋਂ ਬਾਹਰ ਲਿਜਾ ਰਿਹਾ ਸੀਗਾ, ਉਸ ਵਕਤ ਗਲਾਸ ਟੁੱਟ ਗਿਆ। ਮਤਲਬ ਕਿ ਕਿਰਿਆ ਹੋ ਰਹੀ ਸੀ, ਕੱਪ ਬੋਰਡ ਚੋਂ ਗਲਾਸ ਨੂੰ ਚੁੱਕ ਕੇ ਲੈ ਕੇ ਜਾ ਰਿਹਾ ਸੀ, ਉਸ ਵਕਤ ਉਸ ਤੋਂ ਜਿਹੜਾ ਗਲਾਸ ਹੈ ਇਹ ਟੁੱਟ ਗਿਆ। ਦੋਨੋਂ ਕਿਰਿਆ ਇੱਕ ਸਾਥ ਹੋ ਰਹੀਆਂ ਨੇ, ਤਾਂ ਕਰਕੇ ਇਹ ਬਿਲਕੁਲ ਓਕੇ ਹੈ। ਕਈ ਵਾਰ ਕਾਹਲੀ ਬੋਲਦੇ ਬੋਲਦੇ ਜਵਾਨ ਚੋਂ ਕੁਝ ਹੋਰ ਹੀ ਲੰਘ ਜਾਂਦਾ ਹੈ, ਤਾਂ ਸਮਝ ਲਿਆ ਕਰੋ, ਠੀਕ ਹੈ। ਤਾਂ ਮੈਂ ਰਿਪੀਟ ਵੀ ਕਰ ਦਿੰਦਾ ਹੁੰਨਾ, ਵੈਸੇ ਤਾਂ ਰਿਪੀਟ, ਆਈ ਹੋਪ ਕਿ ਤੁਹਾਡੇ ਸਮਝ ਆ ਗਿਆ ਕਿ ਦੋਨੋਂ ਕਿਰਿਆਵਾਂ ਇੱਕ ਸਾਥ ਕਿਵੇਂ ਹੋ ਰਹੀਆਂ ਨੇ, ਕਿਉਂਕਿ ਗਲਾਸ ਜਦੋਂ ਫੁੱਟਿਆ ਉਹ ਕੱਪ ਬੋਰਡ ਚੋਂ ਉਸ ਨੂੰ ਲਿਜਾ ਰਿਹਾ ਸੀ। ਦੋਨੇ ਕਿਰਿਆਵਾਂ ਇੱਕ ਸਾਥ ਹੋ ਰਹੀਆਂ ਸੀ, ਤਾਂ ਕਰਕੇ ਓਕੇ ਹੈ, ਐਜ਼ ਯੂਜ਼ ਕੀਤਾ, ਓਕੇ ਹੈ। ਅਗਲਾ, ਆਈ ਲੋਸਟ ਮਾਈ ਫੋਨ ਐਜ਼ ਆਈ ਵਾਜ਼ ਇਨ ਲੰਡਨ। ਦੇਖੋ ਐਜ਼ ਆਈ ਵਾਜ਼ ਇਨ ਲੰਡਨ, ਇਹਦਾ ਵੈਸੇ ਸੈਂਸ ਤੋਂ ਹੀ ਪਤਾ ਚੱਲਦਾ ਹੈ, ਇਸ ਦੀ ਸੈਂਸ ਇਹ ਬਣੇਗੀ ਕਿ ਮੇਰਾ ਫੋਨ ਗਵਾਚ ਗਿਆ ਜਦੋਂ ਮੈਂ ਲੰਡਨ ਦੇ ਵਿੱਚ ਸੀਗਾ। ਇੱਥੇ ਵੈਨ ਆਏਗਾ, ਵੈਨ ਆਈ ਵਾਜ਼ ਇਨ ਲੰਡਨ, ਵੈਨ ਆਈ ਵਾਜ਼ ਇਨ ਲੰਡਨ, ਇੱਥੇ ਲਿਖਣਾ ਸੀ, ਕੋਈ ਗੱਲ ਨਹੀਂ, ਚਲੋ ਆਪਾਂ ਇੱਥੇ ਲਿਖਤਾ, ਵੈਨ ਆਈ ਵਾਜ਼ ਇਨ ਲੰਡਨ, ਇੱਥੇ ਵੈਨ ਆਏਗਾ ਐਜ਼ ਦੀ ਜਗ੍ਹਾ ਤੇ। ਪੰਜਵਾਂ, ਐਜ਼ ਆਈ ਲੈਫਟ ਸਕੂਲ ਆਈ ਡਿਡੰਟ ਨੋ ਵਾਟ ਟੂ ਡੂ। ਜਿਉਂ ਹੀ ਮੈਂ ਸਕੂਲ ਛੱਡਿਆ ਮੈਨੂੰ ਨਹੀਂ ਪਤਾ ਸੀ ਕਿ ਮੈਂ ਹੁਣ ਕੀ ਕਰਨਾ ਅੱਗੇ। ਇੱਥੇ ਵੀ ਦੇਖੋ ਇੱਕ ਕਿਰਿਆ ਖਤਮ ਹੋਈ, ਸਕੂਲ ਲੈਫਟ ਕੀਤਾ, ਸਕੂਲ ਛੱਡਤਾ, ਉਸ ਤੋਂ ਬਾਅਦ ਕਹਿੰਦਾ ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ, ਇਸ ਲਈ ਇੱਥੇ ਐਜ਼ ਨਹੀਂ ਆਏਗਾ, ਇੱਥੇ ਐਜ਼ ਆਈ ਲੈਫਟ ਸਕੂਲ ਨਹੀਂ ਆਏਗਾ, ਇੱਥੇ ਵੈਨ ਆਈ ਲੈਫਟ ਸਕੂਲ ਆਏਗਾ। ਇੱਥੇ ਆਏਗਾ ਵੈਨ ਆਈ ਲੈਫਟ ਸਕੂਲ, ਓਕੇ। ਅਗਲਾ, ਦ ਟ੍ਰੇਨ slowed down as it approached the station। ਹੁਣ ਇੱਥੇ ਕਈ ਬੱਚੇ ਨਾ ਇੱਥੇ ਇੱਕ ਗਲਤੀ ਕਰ ਜਾਂਦੇ ਨੇ। ਕਈ ਬੱਚੇ ਇਹ ਸੋਚਦੇ ਨੇ ਕਿ ਜਿਹੜੀ ਟ੍ਰੇਨ ਹੈ ਸਲੋ ਹੋ ਗਈ, ਮਤਲਬ ਕਿ ਜਦੋਂ ਉਹ ਆਪਣੇ ਸਟੇਸ਼ਨ ਤੇ ਪਹੁੰਚ ਗਈ, ਮਤਲਬ ਕਿ ਜਦੋਂ ਆਪਣੇ ਸਟੇਸ਼ਨ ਤੇ ਪਹੁੰਚ ਗਈ ਸਲੋ ਹੋ ਗਈ। ਜੇਕਰ ਤੁਹਾਨੂੰ ਇੱਕ ਚੀਜ਼ ਹੋਰ ਦੱਸੀ ਜਾਵੇ, ਜੇਕਰ ਇਸ ਤਰ੍ਹਾਂ ਹੁੰਦਾ ਦ ਟ੍ਰੇਨ ਸਟਾਪਡ, ਟ੍ਰੇਨ ਰੁਕ ਗਈ, ਜੇਕਰ ਇੱਥੇ ਸਟਾਪਡ ਹੁੰਦਾ ਰੁਕ ਗਈ, ਫਿਰ ਇੱਥੇ ਵੈਨ ਆਉਣਾ ਸੀ ਵੀ ਸਟੇਸ਼ਨ ਤੇ ਪਹਿਲਾਂ ਪਹੁੰਚੀ ਆਪਣੇ ਪਲੇਟਫਾਰਮ ਤੇ, ਹੈ ਨਾ, ਸਟੇਸ਼ਨ ਤੇ, ਫਿਰ ਰੁਕ ਗਈ, ਦੂਜੀ ਕਿਰਿਆ ਹੋਈ। ਬਟ ਇੱਥੇ ਸਲੋ ਹੋਈ ਹੈ, ਸਿਰਫ ਇਹ ਗੱਲ ਧਿਆਨ ਦਿਓ, ਸਲੋ ਡਾਊਨ ਹੋਈ ਹੈ, ਰੁਕੀ ਨਹੀਂ, ਮਤਲਬ ਹਜੇ ਵੀ ਕਿਰਿਆ ਉਸਦੀ ਚੱਲ ਰਹੀ ਹੈ, ਚੱਲਣ ਦੀ। ਔਰ ਅਪਰੋਚ ਦ ਸਟੇਸ਼ਨ, ਔਰ ਸਟੇਸ਼ਨ ਤੇ ਹੀ ਪਹੁੰਚ ਗਈ, ਸਟੇਸ਼ਨ ਵੀ ਆ ਗਿਆ ਔਰ ਟ੍ਰੇਨ ਵੀ ਹਲੇ ਸਲੋ ਹੋਈ ਹੈ, ਚੱਲ ਰਹੀ ਹੈ, ਤਾਂ ਕਰਕੇ ਕੰਟੀਨਿਊ ਚੱਲ ਰਿਹਾ ਕੰਮ, ਇਸ ਲਈ ਇਸ ਨੂੰ ਆਪਾਂ ਓਕੇ ਕਹਾਂਗੇ, ਐਜ਼ ਹੀ ਆਏਗਾ। ਅਗਲਾ ਸੱਤਵਾਂ, ਆਈ ਯੂਜ਼ਡ ਟੂ ਲਿਵ ਨੀਅਰ ਦ ਸੀ, ਮੈਂ ਸਮੁੰਦਰ ਦੇ ਕੋਲ ਰਹਿੰਦਾ ਹੁੰਦਾ ਸੀ, ਐਜ਼ ਆਈ ਵਾਜ਼ ਅ ਚਾਈਲਡ, ਐਜ਼ ਨਹੀਂ, ਵੈਨ ਆਈ ਵਾਜ਼ ਅ ਚਾਈਲਡ, ਵੈਨ ਆਈ ਵਾਜ਼ ਅ ਚਾਈਲਡ। ਇਹ ਕਹਿਣਾ ਚਾਹ ਰਿਹਾ ਕਿ ਜਦੋਂ ਮੈਂ ਬੱਚਾ ਹੁੰਦਾ ਸੀ ਮੈਂ ਸਮੁੰਦਰ ਦੇ ਕੋਲ ਰਹਿੰਦਾ ਹੁੰਦਾ ਸੀਗਾ, ਠੀਕ ਹੈ, ਓਕੇ। ਅਗਲਾ ਦੇਖੋ ਪੰਜਵਾਂ, use your own ideas to complete the sentence। ਆਪਣੇ ਆਈਡੀਆਜ਼ ਦੇ ਮੁਤਾਬਕ ਸੈਂਟੈਂਸ ਬਣਾਉਣੇ ਨੇ, ਅੱਗੇ ਕੁਝ ਵੀ ਤੁਸੀਂ ਯੂਜ਼ ਕਰੋ। ਇਹਨਾਂ ਨੇ ਆਪਾਂ ਨੂੰ ਅੱਧੇ ਦੇ ਦਿੱਤੇ, ਜਿਸ ਤਰ੍ਹਾਂ ਦੇਖੋ, I saw you as, ਮੈਂ ਤੁਹਾਨੂੰ ਦੇਖਿਆ, as ਅੱਗੇ ਆਪਾਂ ਕੋਈ ਕਿਰਿਆ ਲਾ ਦੋ ਵੀ ਆਪਾਂ ਤੁਹਾਨੂੰ ਦੇਖਿਆ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਸੀ, ਤਾਂ ਆਪਾਂ ਕਹਿ ਦਾਂਗੇ ਜਿਸ ਤਰ੍ਹਾਂ I saw you as you were playing tennis, as you were playing tennis, ਕੁਝ ਵੀ ਕਹਿ ਸਕਦੇ ਹਾਂ। ਅੱਗੇ, it started to rain, ਬਰਖਾ ਸਟਾਰਟ ਹੋ ਗਈ, just as, ਹੁਣ ਆਪਾਂ just as ਕੀ ਕਹਿ ਸਕਦੇ ਹਾਂ ਕਿ ਬਰਖਾ ਸਟਾਰਟ ਹੋ ਗਈ just as, ਦੇਖੋ ਆਪਾਂ ਕਹਿ ਦਈਏ I went out, ਜਿਉਂ ਹੀ ਮੈਂ ਬਾਹਰ ਨਿਕਲਿਆ ਬਰਖਾ ਸਟਾਰਟ ਹੋ ਗਈ, ਜਿਸ ਤਰ੍ਹਾਂ ਆਪਾਂ ਕੀਤਾ ਸੀ ਕਿ ਜਿਉਂ ਹੀ ਕੁਰਸੀ ਤੇ ਬੈਠਿਆ, ਇੱਥੇ ਵੀ ਆਪਾਂ ਕਹਿ ਸਕਦੇ ਹਾਂ ਸਟਾਰਟਡ ਹੋ ਗਈ, ਰੇਨ ਸਟਾਰਟ ਹੋ ਗਈ, ਜਸਟ ਐਜ਼ ਆਈ ਵੈਂਟ ਆਊਟ, ਜਿਉਂ ਹੀ ਮੈਂ ਬਾਹਰ ਨਿਕਲਿਆ, ਬਿਲਕੁਲ ਆਸਾਨ ਹੈ। ਥਰਡ, ਐਜ਼ ਆਈ ਡਿਡੰਟ ਹੈਵ ਇਨਫ ਮਨੀ, ਜੋ ਹੀ ਮੇਰੇ ਕੋਲ ਪੈਸੇ ਨਹੀਂ ਸੀ ਫॉर ਟੈਕਸੀ ਦੇ ਲਈ, ਤਾਂ ਫਿਰ ਦੇਖੋ ਕੀ ਕੀਤਾ, ਜੇਕਰ ਟੈਕਸੀ ਦੇ ਲਈ ਆਪਣੇ ਕੋਲ ਪੈਸੇ ਨਹੀਂ ਹੈਗੇ ਤਾਂ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਤੁਰ ਕੇ ਆਵਾਂਗੇ, ਇਸ ਲਈ ਆਪਾਂ ਆਈ हैड टू वॉक होम, हैड टू लगाया क्योंकि पास्ट की गल हो रही है, जेकर प्रेजेंट हुंदा आई हैव टू वॉक होम भी मैनू घर तुर के आना है ना, पै गया इत्थे हैड टू मतलब कि पास्ट की गल है। अगे जस्ट एज आई लुक
ਸੌਰੀ ਜਸਟ ਐਜ਼ ਆਈ ਟੁੱਕ ਦ ਪਿਕਚਰ। ਅੱਜ ਥੋੜਾ ਜਿਹਾ ਸਮਥਿੰਗ ਕੁਛ ਰੋਂਗ ਹੋ ਰਿਹਾ ਮੇਰੀ ਜ਼ਬਾਨ ਦੇ ਨਾਲ, ਜ਼ਬਾਨ ਥੋੜੀ ਫਿਸਲੀ ਜਾ ਰਹੀ ਹੈ ਨਾ, ਤਾਂ ਇਸ ਲਈ ਮੈਨੂੰ ਥੋੜਾ ਤੁਸੀਂ ਮਾਫ ਕਰ ਦਿਓ ਜਿੰਨੇ ਵੀ ਸਟੂਡੈਂਟਸ ਨੇ, ਠੀਕ ਹੈ। ਅੱਗੇ ਦੇਖੋ, ਜਸਟ ਐਜ਼ ਆਈ ਟੁੱਕ ਦ ਪਿਕਚਰ, ਜਿਉਂ ਹੀ ਮੈਂ ਪਿਕਚਰ ਕਲਿੱਕ ਕੀਤੀ, ਜੋ ਹੀ ਮੈਂ ਪਿਕਚਰ ਲਈ, ਤਾਂ ਹੁਣ ਅੱਗੇ ਆਪਾਂ ਕੁਝ ਵੀ ਕਹਿ ਸਕਦੇ ਹਾਂ, ਕੋਈ ਅੜਚਨ ਲਾ ਸਕਦੇ ਆਪਾਂ ਵੀ ਉਸ ਤੋਂ ਬਾਅਦ ਕੀ ਹੋ ਗਿਆ, ਤਾਂ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਦੇਖੋ ਵੀ ਜਿਉਂ ਹੀ ਮੈਂ ਪਿਕਚਰ ਕਲਿੱਕ ਕੀਤੀ, ਪਿਕਚਰ ਲਈ, ਟੁੱਕ somebody shaked ਹੁੰਦਾ ਹਿਲਾਉਣਾ, somebody shaked my hand, ਕਿਸੇ ਨੇ ਮੇਰਾ ਹੱਥ ਹੈ ਜਿਹੜਾ ਉਹ ਹਿਲਾ ਦਿੱਤਾ। ਦੇਖੋ ਬਿਲਕੁਲ ਈਜ਼ੀ ਹੈ, ਕੁਝ ਵੀ ਬਣਾ ਲਓ। ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੀ ਲਿਖ ਸਕਦੇ ਹੋ ਆਪਣੇ ਮੁਤਾਬਕ, ਇਹਨਾਂ ਦਾ ਧਿਆਨ ਰੱਖਣਾ ਬਸ ਤੁਸੀਂ ਨੇ। ਸਿਰਫ ਇਹ 7 ਸੈਂਟੈਂਸ ਨੇ, ਜੇਕਰ ਫਿਰ ਵੀ ਪਜ਼ਲਨੈਸ ਹੈ, ਕੋਈ ਮਤਲਬ ਇਹਨਾਂ ਦੇ ਵਿੱਚ ਤੁਹਾਨੂੰ ਪਜ਼ਲਿੰਗ ਕੋਈ ਲੱਗਦਾ ਕੋਈ ਇਹੋ ਜਿਹਾ ਸੈਂਟੈਂਸ, ਸਿਰਫ 7 ਨੇ। ਤੁਸੀਂ ਇੱਕ ਵਾਰ ਇਹਨਾਂ ਦੀ ਪ੍ਰੈਕਟਿਸ ਕਰੋ, 1-2 ਵਾਰ ਲਿਖ ਕੇ ਦੇਖੋ, ਐਗਜ਼ਾਮ ਦੇ ਵਿੱਚ ਬਿਲਕੁਲ ਸੇਮ ਹੀ ਆਏਗਾ, ਸੇਮ ਬੁੱਕ ਵਾਲਾ ਆਏਗਾ। ਤਾਂ ਇਹ ਸੀ ਆਪਣੀ ਜਿਹੜੀ ਯੂਨਿਟ ਹੈ 116। ਇਸ ਯੂਨਿਟ ਦੇ ਵਿੱਚ ਕੁਝ ਖਾਸ ਨਹੀਂ ਹੈਗਾ, ਸਿਰਫ 2 ਰੂਲਸ ਨੇ ਜਿਹੜੇ ਤੁਸੀਂ ਯਾਦ ਰੱਖਣੇ ਨੇ, ਆਸਾਨੀ ਦੇ ਨਾਲ ਤੁਸੀਂ ਐਗਜ਼ਾਮ ਦੇ ਵਿੱਚ ਕਰ ਸਕਦੇ ਹੋ।